हाँ जी स्टूडेंट्स प्लैनिंग ਦੇ ਵਿੱਚ ਕੁਛ ਨਾ ਸਟੈਪਸ ਇਨਵੋਲਵ ਨੇ ਜਿਹਦੇ ਨਾਲ ਅਸੀਂ ਪਲੈਨਿੰਗ ਦਾ ਜਿਹੜਾ ਪ੍ਰੋਸੈਸ ਆ ਉਹਨੂੰ ਕਰ ਸਕਦੇ ਹਾਂ। ਪਹਿਲਾ ਹੈ ਆਪਣੇ ਕੋਲੇ ਆਈਡੈਂਟੀਫਾਈਂਗ ਓਪਰਚੁਨਿਟੀਜ਼। ਸਭ ਤੋਂ ਪਹਿਲਾਂ ਅਸੀਂ ਓਪਰਚੁਨਿਟੀਜ਼ ਨੂੰ ਆਈਡੈਂਟੀਫਾਈ ਕਰਨਾ ਵਾ। ਦਾ ਫਸਟ ਸਟੈਪ ਇਨ ਪਲੈਨਿੰਗ ਪ੍ਰੋਸੈਸ ਇਜ਼ ਟੂ ਆਈਡੈਂਟੀਫਾਈ ਐਨ ਐਪਰੋਪਰੀਏਟ ਓਪਰਚੁਨਿਟੀ, ਮਤਲਬ ਸਾਡੇ ਲਈ ਸਹੀ ਮੌਕਾ ਕਿਹੜਾ ਵਾ ਅਸੀਂ ਉਹਨੂੰ ਦੇਖਣਾ ਵਾ। ਇਨ ਆਰਡਰ ਟੂ ਡੂ ਸੋ ਡਿਟੇਲਡ ਐਨਾਲਿਸਿਸ ਆਫ ਦਾ ਬਿਜ਼ਨਸ ਇਨਵਾਇਰਮੈਂਟ ਸ਼ੁੱਡ ਬੀ ਡਨ। ਸੋ ਅਸੀਂ ਓਪਰਚੁਨਿਟੀ ਨੂੰ ਦੇਖਣ ਲਈ ਸਭ ਤੋਂ ਪਹਿਲਾਂ ਡਿਟੇਲ ਦੇ ਵਿੱਚ ਜੋ ਵੀ ਸਾਡਾ ਬਿਜ਼ਨਸ ਇਨਵਾਇਰਮੈਂਟ ਹੈ ਲਾਈਕ ਪੋਲੀਟੀਕਲ ਸੋਸ਼ਲ ਉਹ ਸਾਰੇ ਨੂੰ ਆਪਾਂ ਐਨਾਲਾਈਜ਼ ਕਰਨਾ। ਵਾਈਲ ਕੈਰਿੰਗ ਆਊਟ ਦਿਸ ਐਨਾਲਿਸਿਸ ਇਕਨੋਮਿਕ ਸੋਸ਼ਲ ਪੋਲੀਟੀਕਲ ਲੀਗਲ ਐਂਡ ਨੈਸ਼ਨਲ ਐਂਡ ਇੰਟਰਨੈਸ਼ਨਲ ਫੈਕਟਰ ਮਸਟ ਬੀ ਕੈਪਟ ਇਨ ਮਾਈਂਡ। ਸੋ ਐਨਾਲਿਸਿਸ ਕਰਦੇ ਸਮੇਂ ਸਾਨੂੰ ਆਹ ਸਾਰੇ ਜਿਹੜੇ ਫੈਕਟਰਸ ਨੇ ਇਹਨੂੰ ਧਿਆਨ 'ਚ ਰੱਖਣਾ ਪਊਗਾ। ਦੈਨ ਔਨ ਦਾ ਬੇਸਿਸ ਆਫ ਦਿਸ ਐਨਾਲਿਸਿਸ ਇਟ ਮਸਟ ਬੀ ਡਿਸਾਈਡਡ ਵੈਦਰ ਇਟ ਵਿਲ ਬੀ ਐਪਰੋਪਰੀਏਟ ਔਰ ਨੋਟ ਟੂ ਅੰਡਰਟੇਕ ਐਨੀ ਪ੍ਰੋਜੈਕਟ। ਮਤਲਬ ਇਹਨਾਂ ਸਾਰੇ ਫੈਕਟਰਸ ਨੂੰ ਧਿਆਨ 'ਚ ਰੱਖ ਕੇ ਅਸੀਂ ਸੋਚਣਾ ਵਾ ਕਿ ਸਾਨੂੰ ਇਹ ਪ੍ਰੋਜੈਕਟ ਲੈਣਾ ਚਾਹੀਦਾ ਹੈ ਜਾਂ ਨਹੀਂ ਲੈਣਾ ਚਾਹੀਦਾ ਹੈ, ਤਾਂ ਹੀ ਫਿਰ ਅਸੀਂ ਉਹਦੇ ਅਕੋਰਡਿੰਗ ਪਲੈਨਿੰਗ ਕਰਨੀ ਆ। ਇਫ ਦੇਅਰ ਇਜ਼ ਅ ਪੋਸੀਬਿਲਿਟੀ ਆਫ ਅੰਡਰਟੇਕਿੰਗ ਦਾ ਪ੍ਰੋਜੈਕਟ ਦੈਨ ਦਾ ਪ੍ਰੋਸੈਸ ਆਫ ਪਲੈਨਿੰਗ ਸ਼ੁੱਡ ਬੀ ਸਟਾਰਟਡ। ਸੋ ਜੇ ਇੱਥੇ ਪੋਸੀਬਿਲਿਟੀ ਹੈ ਸਾਰੇ ਜਿਹੜੇ ਫੈਕਟਰਸ ਨੇ ਉੱਪਰਲੇ ਸਾਡੇ ਫੇਵਰ ਦੇ ਵਿੱਚ ਨੇ ਇਕਨੋਮਿਕ ਸੋਸ਼ਲ ਅਤੇ ਪੋਲੀਟੀਕਲ, ਤਾਂ ਸਾਨੂੰ ਉਹ ਪ੍ਰੋਜੈਕਟ ਲੈਣਾ ਚਾਹੀਦਾ ਹੈ। ਦੈਨ ਦਾ ਪ੍ਰੋਸੈਸ ਆਫ ਪਲੈਨਿੰਗ ਸ਼ੁੱਡ ਬੀ ਸਟਾਰਟਡ। ਉਸ ਤੋਂ ਬਾਅਦ ਅਸੀਂ ਉਹ ਓਪਰਚੁਨਿਟੀ ਨੂੰ ਆਈਡੈਂਟੀਫਾਈ ਕਰਨ ਤੋਂ ਬਾਅਦ ਹੀ ਪਲੈਨਿੰਗ ਦਾ ਪ੍ਰੋਸੈਸ ਸਟਾਰਟ ਕਰਨਾ। ਇਟ must be noted here that in order to perform this task the management must be completely aware about the project and working environment। so ਇੱਥੇ ਇਹ ਵੀ ਕਹਿੰਦੇ ਪੁਆਇੰਟ ਨੋਟ ਕਰਨ ਵਾਲਾ ਹੈ ਕਿ ਜਿਹੜੇ ਵੀ ਟਾਸਕ ਨੂੰ ਜਿਹੜੇ ਵੀ ਕੰਮ ਨੂੰ ਅਸੀਂ ਪਰਫੋਰਮ ਕਰਨਾ ਚਾਹੁੰਦੇ ਹਾਂ ਮੈਨੇਜਮੈਂਟ ਨੂੰ ਉਹਦੇ ਬਾਰੇ ਸਾਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਕੀ ਪ੍ਰੋਜੈਕਟ ਆ ਅਤੇ ਵਰਕਿੰਗ ਇਨਵਾਇਰਮੈਂਟ ਕਿਸ ਤਰ੍ਹਾਂ ਦਾ ਹੈ। ਹੁਣ ਇਹਦੇ ਵਿੱਚ ਸਪੋਜ਼ ਕਰ ਲਓ ਗਵਰਨਮੈਂਟ ਵਾਂਟਸ ਟੂ ਪ੍ਰਮੋਟ ਐਗਰੋ ਬੇਸਡ ਇੰਡਸਟਰੀਜ਼ ਇਨ ਦਾ ਕੰਟਰੀ। ਸਪੋਜ਼ ਕਰ ਲਓ ਸਰਕਾਰ ਚਾਹੁੰਦੀ ਆ ਕਿ ਐਗਰੀਕਲਚਰ ਨਾਲ ਰਿਲੇਟਡ ਇੰਡਸਟਰੀਜ਼ ਨੂੰ ਕੰਟਰੀ ਦੇ ਵਿੱਚ ਲਗਾਇਆ ਜਾਵੇ। ਇਨ ਸੱਚ ਅ ਸਿਚੁਏਸ਼ਨ ਐਨ ਅਵੇਅਰ ਐਂਟਰਪ੍ਰੇਨਿਓਰ ਮੇ ਟੇਕ ਆ ਡਿਸੀਜ਼ਨ ਟੂ ਸੈਟ ਅਪ ਐਨ ਐਗਰੋ ਬੇਸਡ ਇੰਡਸਟਰੀ ਟੂ ਡਰਾਈਵ ਬੈਨੀਫਿਟਸ ਫਰੋਮ ਦਾ ਗਵਰਨਮੈਂਟ ਪੋਲਿਸੀ। ਸੋ ਹੁਣ ਜਿਵੇਂ ਸਰਕਾਰ ਨੇ ਕੋਈ ਪੋਲਿਸੀ ਬਣਾਈ ਆ ਐਗਰੋ ਬੇਸਡ ਇੰਡਸਟਰੀਜ਼ ਨੂੰ ਲਗਾਉਣ ਦੇ ਲਈ, ਤਾਂ ਜਿਹੜਾ ਐਂਟਰਪ੍ਰੇਨਿਓਰ ਆ ਉਹਨੂੰ ਵੀ ਇਨਫੋਰਮੇਸ਼ਨ ਹੋਣੀ ਚਾਹੀਦੀ ਆ, ਠੀਕ ਆ, ਅਤੇ ਉਹਦੇ ਅਕੋਰਡਿੰਗ ਹੀ ਉਹ ਡਿਸੀਜ਼ਨ ਲਵੇ ਵੀ ਮੈਂ ਵੀ ਐਗਰੋ ਬੇਸਡ ਇੰਡਸਟਰੀ ਹੀ ਲਗਾ ਲਾਂ, ਕਿਉਂਕਿ ਇਹਦੇ ਨਾਲ ਕੀ ਸਰਕਾਰ ਤੋਂ ਸਾਨੂੰ ਕਾਫੀ ਸਾਰੇ ਬੈਨੀਫਿਟਸ ਮਿਲਣਗੇ, ਵੀ ਮਤਲਬ ਇੱਕ ਨਵਾਂ ਸੈਕਟਰ ਖੁੱਲੂਗਾ ਬਿਜ਼ਨਸ ਦੇ ਵਿੱਚ। ਸੈਕਿੰਡ ਪੁਆਇੰਟ ਇਹਦੇ ਵਿੱਚ ਹੈ ਡਿਟਰਮੀਨੇਸ਼ਨ ਆਫ ਓਬਜੈਕਟਿਵਸ। ਡਿਟਰਮੀਨੇਸ਼ਨ ਆਫ ਓਬਜੈਕਟਿਵ ਦੇ ਵਿੱਚ ਮਤਲਬ ਕਿ ਅਸੀਂ ਓਬਜੈਕਟਿਵਸ ਨੂੰ ਸੈੱਟ ਕਰਨਾ। ਦਾ ਪ੍ਰੋਸੈਸ ਆਫ ਪਲੈਨਿੰਗ ਸਟਾਰਟਸ ਵਿਦ ਦਾ ਡਿਟਰਮੀਨੇਸ਼ਨ ਆਫ ਓਬਜੈਕਟਿਵਸ। ਇਨ ਫੈਕਟ ਐਵਰੀ ਆਰਗੇਨਾਈਜੇਸ਼ਨ ਕਮਸ ਇਨਟੂ ਐਗਜ਼ਿਸਟੈਂਸ ਟੂ ਅਚੀਵ ਸਮ ਸਪੈਸੀਫਿਕ ਓਬਜੈਕਟਿਵਸ। ਸੋ ਕੋਈ ਵੀ ਸੰਸਥਾ ਕੋਈ ਵੀ ਆਰਗੇਨਾਈਜੇਸ਼ਨ ਉਹ ਐਗਜ਼ਿਸਟੈਂਸ ਦੇ ਵਿੱਚ ਜਾਂ ਹੋਣ ਦੇ ਵਿੱਚ ਉਦੋਂ ਹੀ ਆਉਂਦੀ ਆ ਕਿਉਂਕਿ ਉਹਨੇ ਆਪਦੇ ਕੁਛ ਸਪੈਸੀਫਿਕ ਓਬਜੈਕਟਿਵ ਸੋਚੇ ਹੁੰਦੇ ਆ ਵੀ ਅਸੀਂ ਆਹ ਚੀਜ਼ ਅਚੀਵ ਕਰਨੀ ਆ। ਅੰਡਰ ਦਾ ਪ੍ਰੋਸੈਸ ਆਫ ਪਲੈਨਿੰਗ ਦੀਜ਼ ਓਬਜੈਕਟਿਵਸ ਆਰ ਕਲੀਅਰਲੀ ਡਿਟਰਮਿੰਡ। ਸੋ ਪਲੈਨਿੰਗ ਦੇ ਵਿੱਚ ਅਸੀਂ ਇਹਨਾਂ ਨੂੰ ਕਲੀਅਰਲੀ ਸੈੱਟ ਕਰਦੇ ਹਾਂ ਇਹਨਾਂ ਓਬਜੈਕਟਿਵਸ ਨੂੰ ਵੀ ਕੀ ਸਾਡੇ ਓਬਜੈਕਟਿਵ ਹੋਣਗੇ। ਦੀਜ਼ ਓਬਜੈਕਟਿਵ ਸਰਵ ਐਜ਼ ਅ ਗਾਈਡ ਟੂ ਦਾ ਵਰਕਿੰਗ ਆਫ ਦਾ ਆਰਗੇਨਾਈਜੇਸ਼ਨ ਐਂਡ ਵੇਰੀਅਸ ਡਿਪਾਰਟਮੈਂਟਸ ਆਫ ਦਾ ਆਰਗੇਨਾਈਜੇਸ਼ਨ। ਹੁਣ ਜਿਹੜੇ ਅਸੀਂ ਇਹ ਓਬਜੈਕਟਿਵ ਸੈੱਟ ਕਰ ਲੈਂਦੇ ਹਾਂ ਇਹ ਸਾਡੀ ਸੰਸਥਾ ਦੇ ਲਈ ਸਾਡੇ ਬਹੁਤ ਸਾਰੇ ਡਿਪਾਰਟਮੈਂਟਸ ਦੇ ਲਈ ਇੱਕ ਗਾਈਡ ਦਾ ਕੰਮ ਕਰਦੇ ਆ। ਦੀਜ਼ ਓਬਜੈਕਟਿਵਸ ਆਲਸੋ ਡਿਟਰਮਿਨ ਦਾ ਸਟੈਂਡਰਡ ਆਫ ਪਰਫੋਰਮੈਂਸ ਫॉर ਦਾ EMPLOYEES। ਇਸ ਤੋਂ ਇਲਾਵਾ ਇਹੀ ਓਬਜੈਕਟਿਵ ਸਟੈਂਡਰਡ ਵੀ ਸੈੱਟ ਕਰਦੇ ਆ EMPLOYEES ਦੇ ਲਈ ਵੀ ਉਹਨਾਂ ਨੇ ਕਿਸ ਤਰ੍ਹਾਂ ਦੀ ਪਰਫੋਰਮੈਂਸ ਦੇਣੀ ਹੈ। ਫਰਦਰ ਅੰਡਰ ਦਾ ਪ੍ਰੋਸੈਸ ਆਫ ਪਲੈਨਿੰਗ ਡਿਟੇਲਡ ਪਲੈਨਸ ਆਰ ਫਾਰਮੂਲੇਟਡ ਟੂ ਅਚੀਵ ਦਾ ਓਬਜੈਕਟਿਵਸ। ਸੋ ਪਲੈਨਿੰਗ ਪ੍ਰੋਸੈਸ ਦੇ ਵਿੱਚ ਫਰਦਰ ਕੀ ਕੀਤਾ ਜਾਂਦਾ ਹੈ, ਕੁਛ ਇਸ ਤਰ੍ਹਾਂ ਦੇ ਡਿਟੇਲ ਦੇ ਵਿੱਚ ਪਲਾਨ ਬਣਾਏ ਜਾਂਦੇ ਆ ਜਿਨ੍ਹਾਂ ਦੇ ਨਾਲ ਅਸੀਂ ਓਬਜੈਕਟਿਵਸ ਨੂੰ ਪ੍ਰੋਪਰਲੀ ਅਚੀਵ ਕਰ ਸਕੀਏ। ਸਪੋਜ਼ ਕਰ ਲਓ ਐਨ ਆਰਗੇਨਾਈਜੇਸ਼ਨ ਵਾਂਟਸ ਟੂ ਐਕਸਪੈਂਡ, ਮੰਨ ਲਓ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਕੋਈ ਸੰਸਥਾ। ਇਨ ਸੱਚ ਅ ਸਿਚੁਏਸ਼ਨ ਇਟਸ ਓਬਜੈਕਟਿਵ ਮੇ ਬੀ ਟੂ ਇਨਕਰੀਜ਼ ਇਟਸ ਸੇਲ ਬਾਈ 15% ਇਨ ਅ ਗਿਵਨ ਈਅਰ। ਸੋ ਇਸ ਸਿਚੁਏਸ਼ਨ ਦੇ ਵਿੱਚ ਉਸ ਆਰਗੇਨਾਈਜੇਸ਼ਨ ਦਾ ਓਬਜੈਕਟਿਵ ਇਹ ਹੋ ਸਕਦਾ ਹੈ ਕਿ ਅਸੀਂ ਜਿਹੜੀ ਆਪਣੀ ਸੇਲ ਹੈ ਉਹ 15% ਗਿਵਨ ਸਾਲ ਦੇ ਵਿੱਚ ਮਤਲਬ ਦਿੱਤੇ ਹੋਏ ਈਅਰ ਦੇ ਵਿੱਚ ਅਸੀਂ ਉਹਨੂੰ ਵਧਾਉਣਾ ਵਾ, ਠੀਕ ਆ। ਨੈਕਸਟ ਇਹਦੇ ਵਿੱਚ ਥਰਡ ਸਟੈਪ ਹੈ ਡਿਟਰਮੀਨੇਸ਼ਨ ਆਫ ਪਲੈਨਿੰਗ ਪ੍ਰੈਮਿਸਿਸ। ਪਲੈਨਿੰਗ ਪ੍ਰੈਮਿਸਿਸ ਕੀ ਹੁੰਦਾ, ਸਭ ਤੋਂ ਪਹਿਲਾਂ ਆਪਾਂ ਉਹ ਦੇਖਦੇ ਹਾਂ। ਦਾ ਪ੍ਰੋਸੈਸ ਆਫ ਪਲੈਨਿੰਗ ਇਜ਼ ਰਿਲੇਟਡ ਟੂ ਦਾ ਫਿਊਚਰ ਵਿਚ ਇਜ਼ ਅਨਸਰਟਨ। ਜਿਹੜੀ ਵੀ ਅਸੀਂ ਪਲੈਨਿੰਗ ਕਰ ਰਹੇ ਹਾਂ ਅਸਲ 'ਚ ਇਹ ਫਿਊਚਰ ਨਾਲ ਜੁੜੀ ਹੁੰਦੀ ਆ, ਜਦ ਕਿ ਜਿਹੜਾ ਫਿਊਚਰ ਆ ਉਹ ਅਨਸਰਟਨ ਹੁੰਦਾ, ਅਨਿਸ਼ਚਿਤ ਹੁੰਦਾ। That's why while formulating plans several assumptions are made about the various factors। assumptions ਹੁੰਦੇ ਆ ਮੰਨ ਕੇ ਚੱਲਣਾ। ਸੋ ਪਲਾਨ ਬਣਾਉਂਦੇ ਸਮੇਂ ਅਸੀਂ ਫਿਊਚਰ ਦੇ ਬਾਰੇ ਪਲਾਨ ਬਣਾਉਣਾ ਜਦੋਂ ਅਸੀਂ ਮੰਨ ਕੇ ਚੱਲਦੇ ਹਾਂ ਵੀ ਜੇ ਇੱਦਾਂ ਹੋਊਗਾ ਤਾਂ ਅਸੀਂ ਆਪਾਂ ਆਹ ਪਲਾਨ ਫੋਲੋ ਕਰਾਂਗੇ ਜਾਂ ਫਿਰ ਆਹ ਵਾਲਾ ਪਲਾਨ ਫੋਲੋ ਕਰਾਂਗੇ। these assumptions are known as planning premises। ਸੋ ਜਿਹੜੀਆਂ ਇਹ ਅਸੀਂ assumptions ਮਤਲਬ ਜਿਹੜੀ ਚੀਜ਼ ਨੂੰ ਅਸੀਂ ਮੰਨ ਕੇ ਚੱਲਦੇ ਹਾਂ ਫੈਕਟਰਸ ਨੂੰ ਉਹਨੂੰ ਪਲੈਨਿੰਗ ਪ੍ਰੈਮਿਸਿਸ ਬੋਲਿਆ ਜਾਂਦਾ ਵਾ। ਪਲੈਨਿੰਗ ਪ੍ਰੈਮਿਸਿਸ ਕੈਨ ਬੀ ਇਨ ਦਾ ਫਾਰਮ ਆਫ ਫੋਰਕਾਸਟ। ਹੁਣ ਇਹ ਪਲੈਨਿੰਗ ਪ੍ਰੈਮਿਸਿਸ ਕੀ ਹੋ ਸਕਦੀਆਂ ਨੇ, ਫੋਰਕਾਸਟ ਹੋ ਸਕਦਾ ਮਤਲਬ ਭਵਿੱਖ ਦੇ ਬਾਰੇ ਅੰਦਾਜ਼ਾ ਹੋ ਸਕਦਾ ਵਾ, ਐਵੋਲਿਊਸ਼ਨ
ਆਫ ਪ੍ਰੈਜੈਂਟ ਪਲਾਨਸ ਮਤਲਬ ਜਿਹੜੇ ਪਹਿਲਾਂ ਤੋਂ ਸਾਡੇ ਐਵੈਲੂਏਸ਼ਨ ਆਫ ਪ੍ਰੈਜੈਂਟ ਪਲਾਨਸ ਮਤਲਬ ਭਵਿੱਖ ਜਿਹੜੇ ਹੁਣ ਪ੍ਰੈਜੈਂਟ ਦੇ ਵਿੱਚ ਸਾਡੇ ਪਲਾਨ ਚੱਲ ਰਹੇ ਆ ਮੌਜੂਦਾ ਪਲਾਨ ਉਹਨਾਂ ਦੀ ਐਵੈਲੂਏਸ਼ਨ ਕਰਨੀ ਹੋ ਸਕਦੀ ਆ। ਪ੍ਰੈਜੈਂਟ ਪੋਲਿਸੀਜ਼ ਔਰ ਐਨੀ ਇਨਫੋਰਮੇਸ਼ਨ ਅਬਾਊਟ ਦਾ ਪ੍ਰੈਜੈਂਟ ਐਂਡ ਫਿਊਚਰ ਮਤਲਬ ਹੁਣ ਜਿਹੜੀਆਂ ਸਾਡੀਆਂ ਪੋਲਿਸੀਜ਼ ਚੱਲ ਰਹੀਆਂ ਨੇ ਉਹਨਾਂ ਦੇ ਬਾਰੇ ਜਾਂ ਫਿਊਚਰ ਦੇ ਵਿੱਚ ਉਹਨਾਂ ਨੂੰ ਕਿਵੇਂ ਆਪਾਂ ਚੇਂਜ ਕਰ ਸਕਦੇ ਹਾਂ। ਠੀਕ ਆ, ਸੋ ਇਨ ਦਿਸ ਕੰਟੈਕਸਟ ਫੋਰਕਾਸਟਸ ਆਰ ਦਾ ਮੋਸਟ ਇੰਪੋਰਟੈਂਟ। ਸੋ ਇਹਦੇ ਨਾਲ ਕੀ ਜ਼ਰੂਰੀ ਆ, ਫੋਰਕਾਸਟ ਮਤਲਬ ਜਿਹੜਾ ਭਵਿੱਖ ਦੇ ਬਾਰੇ ਅੰਦਾਜ਼ਾ ਲਗਾਉਣਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚ। ਜਨਰਲੀ ਦਾ ਫੋਰਕਾਸਟ ਇਜ਼ ਰਿਲੇਟਡ ਟੂ ਕਮਰਸ਼ੀਅਲ ਆਰਗੇਨਾਈਜੇਸ਼ਨ ਕੈਨ ਬੀ ਅਬਾਊਟ ਫੋਲੋਇੰਗ ਫੈਕਟਰਸ। ਜਿਹੜੀਆਂ ਕਮਰਸ਼ੀਅਲ ਆਰਗੇਨਾਈਜੇਸ਼ਨਸ ਨੇ ਉਹਨਾਂ ਦਾ ਜਿਹੜਾ ਫੋਰਕਾਸਟ ਕਿਸ ਤਰ੍ਹਾਂ ਦਾ ਹੋ ਸਕਦਾ। ਪਹਿਲਾ ਹੈ ਐਕਸਪੈਕਟਡ ਐਗਰੀਗੇਟ ਡਿਮਾਂਡ ਫॉर ਦਾ ਪ੍ਰੋਡਕਟ ਮਤਲਬ ਭਵਿੱਖ ਦੇ ਵਿੱਚ ਸਾਡੇ ਪ੍ਰੋਡਕਟ ਦੀ ਕਿੰਨੀ ਕੁ ਡਿਮਾਂਡ ਹੋਊਗੀ, ਇਹ ਵੀ ਫੋਰਕਾਸਟ ਹੀ ਕਰ ਸਕਦੇ ਆ ਉਹ। ਠੀਕ ਆ, ਐਗਜ਼ੈਕਟ ਨਹੀਂ ਲਗਾ ਸਕਦੇ ਅੰਦਾਜ਼ਾ। ਉਸ ਤੋਂ ਬਾਅਦ ਨੈਕਸਟ ਹੈ ਦੇ ਕੁਆਲਿਟੀ ਆਫ ਟੋਟਲ ਪ੍ਰੋਡਕਸ਼ਨ, ਜਿਹੜੀ ਸਾਡੀ ਟੋਟਲ ਪ੍ਰੋਡਕਸ਼ਨ ਹੋਊਗੀ ਉਸ ਦੀ ਕੁਆਲਿਟੀ ਕਿਹੜੇ ਸਟੈਂਡਰਡ ਦੀ ਹੋਊਗੀ, ਇਹ ਵੀ ਉਹਨਾਂ ਦਾ ਅੰਦਾਜ਼ਾ ਹੀ ਹੋ ਸਕਦਾ, ਫੋਰਕਾਸਟ ਹੋ ਸਕਦਾ। ਟੋਟਲ ਕਾਸਟ ਆਫ ਪ੍ਰੋਡਕਸ਼ਨ ਐਂਡ ਪ੍ਰਾਈਸ ਆਫ ਦਾ ਪ੍ਰੋਡਕਟ ਭਵਿੱਖ ਦੇ ਵਿੱਚ ਸਾਡੀ ਟੋਟਲ ਪ੍ਰੋਡਕਸ਼ਨ ਦੇ ਉੱਪਰ ਕਿੰਨਾ ਖਰਚਾ ਆਊਗਾ ਜਾਂ ਪ੍ਰਤੀ ਪ੍ਰੋਡਕਟ ਸਾਨੂੰ ਕਿੰਨਾ ਮੁੱਲ ਸੈੱਟ ਰੱਖਣਾ ਪਊਗਾ ਜਾਂ ਕਰਨਾ ਪਊਗਾ। ਇਕਨੋਮਿਕ ਪੋਲਿਸੀ ਆਫ ਦਾ ਗਵਰਨਮੈਂਟ, ਸਰਕਾਰ ਦੀ ਪੋਲਿਸੀ ਜੇ ਇਸ ਤਰੀਕੇ ਨਾਲ ਚੱਲੂਗੀ ਤਾਂ ਅਸੀਂ ਕਿਵੇਂ ਆਪਣੇ ਜਿਹੜੇ ਪ੍ਰੋਡਕਟ ਆ ਉਹਨਾਂ ਨੂੰ ਮਾਰਕੀਟ 'ਚ ਲਾਂਚ ਕਰਾਂਗੇ। ਮਤਲਬ ਇਕਨੋਮਿਕ ਪੋਲਿਸੀ ਨਾਲ ਰਿਲੇਟਡ ਵੀ ਅਸੀਂ ਅਜ਼ੰਪਸ਼ਨਸ ਮੰਨਣੀਆਂ ਨੇ ਜਾਂ ਕਹਿ ਲਈਏ ਫੋਰਕਾਸਟ ਕਰਨਾ ਵਾ, ਕਿਉਂਕਿ ਗਵਰਨਮੈਂਟ ਦੀਆਂ ਪੋਲਿਸੀ ਤਾਂ ਕਦੇ ਵੀ ਚੇਂਜ ਹੋ ਸਕਦੀਆਂ, ਬਟ ਅਸੀਂ ਕੋਈ ਅਜ਼ੰਪਸ਼ਨ ਮੰਨ ਕੇ ਫਿਰ ਉਹਦੇ ਅਕੋਰਡਿੰਗ ਪਲਾਨ ਬਣਾਉਣਾ ਵਾ। ਮੋਨੀਟਰੀ ਪੋਲਿਸੀ ਆਫ ਦਾ ਸੈਂਟਰਲ ਬੈਂਕ, RBI ਵੱਲੋਂ ਮੋਨੀਟਰੀ ਪੋਲਿਸੀ ਚੇਂਜ ਹੋ ਜਾਵੇ ਜਾਂ ਜਿਹੜੇ ਇੰਟਰਸਟ ਰੇਟਸ ਨੇ ਉਹ ਬਦਲ ਜਾਣ। ਠੀਕ ਆ, ਸੋ ਇਹ ਸਾਰੇ ਅਜ਼ੰਪਸ਼ਨਸ ਦੇ ਉੱਪਰ ਹੀ ਬੇਸਡ ਹੁੰਦੇ ਸਾਡੇ ਪਲਾਨਸ। ਕੰਜ਼ਿਊਮਰ ਪ੍ਰੈਫਰੈਂਸਿਸ ਸਭ ਤੋਂ ਮੇਨ ਪੁਆਇੰਟ ਆ ਇਹ, ਕੰਜ਼ਿਊਮਰ ਦੀ ਪ੍ਰੈਫਰੈਂਸ ਕਦੇ ਵੀ ਬਦਲ ਸਕਦੀ ਆ। ਠੀਕ ਆ, ਸੋ ਇਕਨੋਮਿਕ ਕੰਡੀਸ਼ਨ ਆਫ ਇੰਟਰਨੈਸ਼ਨਲ ਇਕੋਨਮੀ, ਅੰਤਰਰਾਸ਼ਟਰੀ ਪੱਧਰ ਦੀ ਜਿਹੜੀ ਇਕੋਨਮੀ ਆ ਉਹਦੀਆਂ ਕੰਡੀਸ਼ਨਸ ਬਦਲ ਸਕਦੀਆਂ ਨੇ। ਪੋਲਿਸੀ ਅਡੋਪਟਡ ਬਾਏ ਦਾ ਕੰਪੀਟੀਟਰ, ਸਾਡੇ ਜਿਹੜੇ ਕੰਪੀਟੀਟਰ ਨੇ ਉਹ ਜਿਹੜੇ ਸਾਡੇ ਨਾਲ ਦਾ ਸੇਮ ਬਿਜ਼ਨਸ ਕਰ ਰਹੇ ਆ ਉਹ ਕਿਵੇਂ ਪੋਲਿਸੀ ਜੇ ਬਦਲ ਲੈਂਦੇ ਆ ਤਾਂ ਸਾਨੂੰ ਕੀ ਇਫੈਕਟ ਪਊਗਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਅਸੀਂ ਫੋਰਕਾਸਟ ਕਰਦੇ ਹਾਂ ਤੇ ਉਹ ਫੋਰਕਾਸਟ ਦੇ ਬੇਸਿਸ 'ਤੇ ਹੀ ਅਸੀਂ ਫਿਰ ਕੀ ਸੈੱਟ ਕਰਦੇ ਹਾਂ, ਪਲਾਨਸ ਨੂੰ ਬਣਾਉਂਦੇ ਹਾਂ। ਸਪੋਜ਼ ਕਰ ਲਓ ਐਨ ਐਂਟਰਪ੍ਰਾਈਜ਼ ਹੈਜ਼ ਅ ਫੋਰਕਾਸਟ ਦੈਟ ਡਿਮਾਂਡ ਫॉर ਇਟਸ ਪ੍ਰੋਡਕਟ ਵਿਲ ਇਨਕਰੀਜ਼ ਬਾਈ 20% ਇਨ ਦਾ ਕਮਿੰਗ ਈਅਰ। ਮੰਨ ਲਓ ਵੀ ਇੱਕ ਆਰਗੇਨਾਈਜੇਸ਼ਨ ਇਹ ਸੋਚ ਰਹੇ ਆ ਕਿ ਫਿਊਚਰ ਦੇ ਵਿੱਚ ਸਾਡੇ ਜਿਹੜੇ ਪ੍ਰੋਡਕਟ ਦੀ ਡਿਮਾਂਡ ਆ ਉਹ ਵੱਧ ਕੇ 20% ਵੱਧ ਜੂਗੀ ਆਉਣ ਵਾਲੇ ਸਾਲ ਦੇ ਵਿੱਚ। ਦਿਸ ਫੋਰਕਾਸਟ ਵਿਲ ਇਨਕਰੇਜ ਦਾ ਪ੍ਰੀਮਾਈਸ ਦੈਟ ਦਾ ਆਰਗੇਨਾਈਜੇਸ਼ਨ ਕੈਨ ਇਨਕਰੀਜ਼ ਇਟਸ ਪ੍ਰੋਡਕਸ਼ਨ। ਹੁਣ ਇਹ ਵਾਲੇ ਫੋਰਕਾਸਟ ਤੋਂ ਸਾਨੂੰ ਕੀ ਸਮਝ ਲੱਗਦੀ ਆ ਕਿ ਇੱਕ ਆਰਗੇਨਾਈਜੇਸ਼ਨ ਜਿਹੜੀ ਸੋਚ ਰਹੀ ਆ ਵੀ ਭਵਿੱਖ ਦੇ ਵਿੱਚ ਸਾਡੇ ਪ੍ਰੋਡਕਟ ਦੀ ਡਿਮਾਂਡ 20% ਵਧੂਗੀ, ਉਹਨੂੰ ਹੁਣ ਕੀ ਕਰਨਾ ਪਊਗਾ, ਉਹਦੇ ਬੇਸ 'ਤੇ ਉਹਨੂੰ ਆਪਦੀ ਪ੍ਰੋਡਕਸ਼ਨ ਇਨਕਰੀਜ਼ ਕਰਨੀ ਪਊਗੀ। ਐਂਡ ਫॉर ਦਿਸ ਦਾ ਆਰਗੇਨਾਈਜੇਸ਼ਨ ਮਸਟ ਪਲਾਨ। ਠੀਕ ਆ, ਸੋ ਉਹਨੂੰ ਆਪਦੀ ਪ੍ਰੋਡਕਸ਼ਨ ਵਧਾਉਣ ਦੇ ਲਈ ਪਲਾਨ ਬਣਾਉਣਾ ਪਊਗਾ। ਨੈਕਸਟ ਇਹਦਾ 4th ਪੁਆਇੰਟ ਆ। ਠੀਕ ਆ, ਅੱਜ ਆਪਾਂ ਜਿਹੜਾ 4th ਪੁਆਇੰਟ ਤੱਕ ਹੀ ਕਰਾਂਗੇ, ਅਗਲੇ ਜਿਹੜੇ 4 ਪੁਆਇੰਟ ਹੋਣਗੇ ਜਿਹੜਾ 5 ਪੁਆਇੰਟ ਰਹਿ ਜਾਣਗੇ ਉਹ ਆਪਾਂ ਅਗਲੀ ਕਲਾਸ 'ਚ ਕਰਾਂਗੇ। ਠੀਕ ਆ, 4th ਪੁਆਇੰਟ ਹੈ ਆਈਡੈਂਟੀਫਿਕੇਸ਼ਨ ਆਫ ਆਲਟਰਨੇਟਿਵ ਕੋਰਸ ਆਫ ਐਕਸ਼ਨ। ਇਹਦੇ ਵਿੱਚ ਅਸੀਂ ਆਈਡੈਂਟੀਫਾਈ ਕਰਨਾ ਵੀ ਕਿਹੜੇ ਤਰੀਕੇ ਨਾਲ ਅਸੀਂ ਕੰਮ ਨੂੰ ਕਰਨਾ ਵਾ। ਆਫਟਰ ਦਾ ਡਿਟਰਮੀਨੇਸ਼ਨ ਆਫ ਆਬਜੈਕਟਿਵਸ ਐਂਡ ਪ੍ਰੈਮਿਸਿਸ ਦਾ ਪ੍ਰੋਸੈਸ ਆਫ ਫਾਰਮੂਲੇਟਿੰਗ ਪਲਾਨ ਇਨ ਅਕੋਰਡੈਂਸ ਵਿਦ ਬੋਥ ਦੀਜ਼ ਇਜ਼ ਸਟਾਰਟਡ। ਸੋ ਅਸੀਂ ਆਬਜੈਕਟਿਵ ਅਤੇ ਪ੍ਰੈਮਿਸਿਸ ਦੇ ਹਿਸਾਬ ਨਾਲ ਪਲਾਨ ਬਣਾਉਣਾ ਸ਼ੁਰੂ ਕਰ ਦੇਣਾ ਵਾ। ਅੰਡਰ ਦਿਸ ਪ੍ਰੋਸੈਸ ਆਲ ਦੋਜ਼ ਆਲਟਰਨੇਟਿਵ ਕੋਰਸਿਸ ਆਫ ਐਕਸ਼ਨ ਆਰ ਆਈਡੈਂਟੀਫਾਈਡ ਵਿਚ ਮੇ ਬੀ ਯੂਜ਼ ਟੂ ਅਚੀਵ ਦਾ ਆਬਜੈਕਟਿਵਸ ਆਫ ਦਾ ਆਰਗੇਨਾਈਜੇਸ਼ਨ। ਅਸੀਂ ਡਿਫਰੈਂਟ ਤਰੀਕੇ ਸੋਚ ਲੈਂਦੇ ਹਾਂ ਜਿਨ੍ਹਾਂ ਦੇ ਨਾਲ ਕਿ ਅਸੀਂ ਕੀ ਕਰ ਸਕੀਏ, ਆਰਗੇਨਾਈਜੇਸ਼ਨ ਦੇ ਆਬਜੈਕਟਿਵਸ ਨੂੰ ਅਚੀਵ ਕਰ ਸਕੀਏ। ਪਲੈਨਿੰਗ ਇਜ਼ ਨੀਡਡ ਓਨਲੀ ਵੈਨ ਦੇਅਰ ਆਰ ਡਿਫਰੈਂਟ ਆਲਟਰਨੇਟਿਵ ਕੋਰਸਿਸ ਆਫ ਐਕਸ਼ਨ ਟੂ ਅਚੀਵ ਦਾ ਆਬਜੈਕਟਿਵ। ਪਲੈਨਿੰਗ ਦੀ ਜ਼ਰੂਰਤ ਉਦੋਂ ਹੀ ਪੈਂਦੀ ਆ ਜਦੋਂ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਹੋਣਗੇ ਕਿਸੇ ਵੀ ਆਬਜੈਕਟਿਵ ਨੂੰ ਅਚੀਵ ਕਰਨ ਦੇ। ਇਫ ਦੇਅਰ ਆਰ ਨੋ ਆਲਟਰਨੇਟਿਵ ਕੋਰਸਿਸ ਆਫ ਐਕਸ਼ਨ ਦੇਅਰ ਇਜ਼ ਨੋ ਨੀਡ ਟੂ ਪਲਾਨ। ਸੋ ਜੇ ਸਾਡੇ ਕੋਲ ਕਿਸੇ ਕੰਮ ਨੂੰ ਕਰਨ ਦਾ ਇੱਕੋ ਹੀ ਤਰੀਕਾ ਮੌਜੂਦ ਹੈ ਤਾਂ ਉਹਦੇ ਲਈ ਸਾਨੂੰ ਫਿਰ ਪਲੈਨਿੰਗ ਕਰਨ ਦੀ ਲੋੜ ਨਹੀਂ ਹੈ। ਬਟ ਜੇ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਹੈਗੇ ਆ ਤਾਂ ਅਸੀਂ ਉਹਨਾਂ ਵਿੱਚੋਂ ਬੈਸਟ ਚੂਜ਼ ਕਰਨਾ ਹੁੰਦਾ। ਠੀਕ ਆ, ਹੁਣ ਇਹਦੀ ਲਾਸਟ ਲਾਈਨ ਦੇਖੋ, ਅ ਕੋਰਸ ਆਫ ਐਕਸ਼ਨ ਮੇ ਬੀ ਈਦਰ ਇਨੋਵੇਟਿਵ ਔਰ ਇਟ ਮੇ ਬੀ ਰਿਲੇਟਡ ਟੂ ਰੂਟੀਨ ਐਕਟੀਵਿਟੀਜ਼। ਹੁਣ ਉਹ ਜਿਹੜਾ ਤਰੀਕਾ ਹੈ ਕੰਮ ਕਰਨ ਦਾ ਉਹ ਜਾਂ ਤਾਂ ਇਨੋਵੇਟਿਵ ਵੀ ਹੋ ਸਕਦਾ ਜਾਂ ਡੇਲੀ ਬੇਸਿਸ 'ਤੇ ਅਸੀਂ ਕੰਮ ਨੂੰ ਕਿਵੇਂ ਕਰਨਾ ਰੂਟੀਨ ਐਕਟੀਵਿਟੀਜ਼ ਵਿੱਚ ਉਹਦੇ ਨਾਲ ਰਿਲੇਟਡ ਵੀ ਹੋ ਸਕਦਾ। ਇਨੋਵੇਟਿਵ ਕੋਰਸਿਸ ਆਫ ਐਕਸ਼ਨ ਆਰ ਮੋਰ ਇੰਪੋਰਟੈਂਟ, ਇਹ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਕਿਉਂਕਿ ਬਿਲਕੁਲ ਵੱਖਰੇ ਤਰੀਕੇ ਨਾਲ ਕੋਈ ਕਿਸੇ ਕੰਮ ਨੂੰ ਕੀਤਾ ਜਾਵੇ। ਰੂਟੀਨ ਕੋਰਸਿਸ ਆਫ ਐਕਸ਼ਨ ਆਰ ਰਿਲੇਟਡ ਵਿਦ ਡੇਲੀ ਐਕਟੀਵਿਟੀਜ਼। ਠੀਕ ਆ, ਸੋ ਡੇਲੀ ਬੇਸਿਸ 'ਤੇ ਜਿਹੜਾ ਕੰਮ ਕਰਦੇ ਆ ਉਹਦੇ ਨਾਲ ਰਿਲੇਟਡ ਜਿਹੜਾ ਐਕਟੀਵਿਟੀਜ਼ ਨੇ ਜਾਂ ਕੋਰਸਿਸ ਨੇ ਉਹਨੂੰ ਆਪਾਂ ਰੂਟੀਨ ਕੋਰਸਿਸ ਕਹਿੰਦੇ ਆ। ਠੀਕ ਆ, ਲਾਸਟ ਦੇ ਵਿੱਚ ਇਹਦੀ ਐਗਜ਼ਾਮਪਲ ਦਿੱਤੀ, ਸਪੋਜ਼ ਕਰ ਲਓ ਐਨ ਆਰਗੇਨਾਈਜੇਸ਼ਨ ਵਾਂਟਸ ਟੂ ਰਿਡਿਊਸ ਇਟਸ ਕੋਸਟ। ਮੰਨ ਲਓ ਇੱਕ ਸੰਸਥਾ ਆਪਦਾ ਜਿਹੜਾ ਖਰਚਾ ਵਾ ਪ੍ਰੋਡਕਸ਼ਨ ਦਾ ਘਟਾਉਣਾ ਚਾਹੁੰਦੀ ਆ। ਅੰਡਰ ਦਿਸ ਸਟੈਪ ਆਫ ਪਲੈਨਿੰਗ ਇਟ ਵਿਲ ਸੀ ਵਿਚ ਆਲਟਰਨੇਟਿਵ ਕੋਰਸ ਆਫ ਐਕਸ਼ਨ ਲਾਈਕ A, B, C, D ਐਂਡ E ਐਟਸੈਟਰਾ ਆਰ ਅਵੇਲੇਬਲ ਟੂ ਇਟ। ਖਰਚਾ ਕਿਵੇਂ ਘਟਾਇਆ ਜਾ ਸਕਦਾ ਉਹਦੇ ਲਈ ਉਹਦੇ ਕੋਲ ਕਾਫੀ ਸਾਰੇ ਆਲਟਰਨੇਟਿਵ ਤਰੀਕੇ ਹੋਣਗੇ, ਅਲੱਗ-ਅਲੱਗ ਤਰ੍ਹਾਂ ਤਰੀਕੇ ਹੋਣਗੇ। ਕੋਈ ਆਪਸ਼ਨ A ਹੋਊਗਾ, B, C, D, E
ਮਤਲਬ ਇਹ 5-6 ਤਰੀਕੇ ਹੋਣਗੇ, ਉਹਨਾਂ ਦੇ ਵਿੱਚੋਂ ਬੈਸਟ ਜਿਹੜਾ ਅਵੇਲੇਬਲ ਹੋਊਗਾ ਜਾਂ ਕਹਿ ਦਈਏ ਬੈਸਟ ਹੋਊਗਾ ਤਰੀਕਾ ਉਹ ਚੂਜ਼ ਕਰਨਗੇ ਜਿਹਦੇ ਨਾਲ ਉਹ ਆਪਦੀ ਔਰਗਨਾਈਜੇਸ਼ਨ ਦੇ ਖਰਚਿਆਂ ਨੂੰ ਘਟਾ ਸਕਣ।